पंजाबिस्तान दी जानिब तो मेरा दागिस्तान रसूल हमजा तोव भाग 9वां। इस किताब दे भाव ते इस दे नां बारे दूजा हिस्सा। देसां विचों देस अपने दी गल करनी चाहां जिवें, पर एक भी अखर बोल नहीं सकदा। नाल अपने लियाया हाँ मैं भरियां पंडां, पर कमबख्ती उन्हां नूं मैं खोल नहीं सकदा। कोई टुणकवां गीत अपनी माँ बोली विच दुनिया बारे मैं हाले तक गा नहीं सकिया। मोढियां उत्ते लै के आया संदूक उठा के, पर उस नूं खोलण दी कुंजी पा नहीं सकिया। अपनी सकलिया दी पतली छत उत्ते मैं ते मेरे पिंड वासी बैठे हुंदे हां ते मैं उन्हां दे अणगिणत सवालां दा जवाब दिंदा हां। दूर दुराडे देसां विच तैनूं अपना साथी देशवासी कोई मिलिया सी? दुनिया विच होर किते साडे पहाड़ां वर्गे पहाड़ हैगे ने? बदेसां विच तूं घर लई ओदरिया सैं? साडी आउल तैनूं याद आई सी? दूजे देसां विच रहिंदे लोक साडे बारे भी कुछ जाणदे ने कि असीं भी दुनिया विच रहिंदे हां? मैं जवाब दिंदा हां, ਉਹ ਸਾਡੇ ਬਾਰੇ ਕੀ ਜਾਣ ਸਕਦੇ ਹਨ ਜੇ ਅਸੀਂ ਖੁਦ ਆਪਣੇ ਆਪ ਨੂੰ ਠੀਕ ਤਰ੍ਹਾਂ ਨਹੀਂ ਜਾਣਦੇ। ਅਸੀਂ 10 ਲੱਖ ਦੇ ਕਰੀਬ ਹਾਂ, ਦਾਗਿਸਤਾਨੀ ਪਹਾੜਾਂ ਦੀ ਚਟਾਨੀ ਮੁੱਠੀ ਵਿੱਚ ਇਕੱਠੇ ਹੋਏ। 10 ਲੱਖ ਲੋਕ 40 ਵੱਖੋ ਵੱਖ ਬੋਲੀਆਂ ਬੋਲਦੇ। ਤਾਂ ਸਾਨੂੰ ਸਾਡੇ ਬਾਰੇ ਦੱਸ ਤੇ ਬਾਕੀ ਸਾਰੀ ਦੁਨੀਆ ਵਿੱਚ ਰਹਿਣ ਵਾਲਿਆਂ ਨੂੰ ਸਾਡੇ ਬਾਰੇ ਦੱਸ। ਸਾਰੀਆਂ ਸਦੀਆਂ ਵਿੱਚ ਸਾਡਾ ਇਤਿਹਾਸ ਤਲਵਾਰ ਤੇ ਕਟਾਰ ਨਾਲ ਲਿਖਿਆ ਜਾਂਦਾ ਰਿਹਾ ਹੈ। ਇਹਨਾਂ ਅੱਖਰਾਂ ਨੂੰ ਮਨੁੱਖਾ ਬੋਲੀ ਵਿੱਚ ਉਲਥਾ ਦੇ। ਜੇ ਤੂੰ ਇਹ ਨਹੀਂ ਕਰ ਸਕਦਾ, ਤੂੰ ਜਿਹੜਾ ਤਸਾਦਾ ਆਉਲ ਵਿੱਚ ਜੰਮਿਆ ਸੈਂ, ਤਾਂ ਹੋਰ ਕੋਈ ਵੀ ਇਹ ਕੰਮ ਤੇਰੇ ਲਈ ਨਹੀਂ ਕਰੇਗਾ। ਆਪਣੇ ਖਿਆਲਾਂ ਨੂੰ ਚੋਣਵੇਂ ਘੋੜਿਆਂ ਵਾਂਗ ਤਰਤੀਬ ਦੇ। ਹਰ ਘੋੜਾ ਦੂਜੇ ਜਿੰਨਾ ਹੀ ਯੋਗ ਹੋਵੇ, ਉਹਨਾਂ ਵਿੱਚੋਂ ਕੋਈ ਵੀ ਦੂਜੇ ਨਾਲੋਂ ਘੱਟ ਨਾ ਹੋਵੇ। ਆਪਣੇ ਵਿਚਾਰਾਂ ਨੂੰ ਡਰੇ ਹੋਏ ਘੋੜਿਆਂ ਵਾਂਗ ਜਾਂ ਮੱਝਾਂ ਦੇ ਵੱਗ ਵਾਂਗ ਸਫਿਆਂ ਉੱਤੇ ਦੌੜਨ ਦੇ। ਆਪਣੇ ਵਿਚਾਰਾਂ ਨੂੰ ਲੁਕਾ ਕੇ ਨਾ ਰੱਖ। ਜੇ ਤੂੰ ਇੰਜ ਕਰੇਂਗਾ ਤਾਂ ਤੂੰ ਭੁੱਲ ਜਾਏਂਗਾ ਕਿ ਤੂੰ ਉਹਨਾਂ ਨੂੰ ਕਿੱਥੇ ਰੱਖਿਆ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਕੋਈ ਕੰਜੂਸ ਉਸ ਗੁਪਤ ਥਾਂ ਨੂੰ ਭੁੱਲ ਜਾਂਦਾ ਹੈ ਜਿੱਥੇ ਉਸਨੇ ਆਪਣੇ ਪੈਸੇ ਲੁਕਾ ਕੇ ਰੱਖੇ ਹੁੰਦੇ ਹਨ, ਤੇ ਆਪਣੇ ਲਾਲਚ ਕਰਕੇ ਹੀ ਉਹਨਾਂ ਨੂੰ ਗੁਆ ਬੈਠਦਾ ਹੈ। ਪਰ ਆਪਣੇ ਵਿਚਾਰ ਕਿਸੇ ਨੂੰ ਨਾ ਦੱਸੀ। ਕੀਮਤੀ ਔਜ਼ਾਰ ਬੱਚੇ ਨੂੰ ਖੇਡਣ ਲਈ ਨਹੀਂ ਦੇਣਾ ਚਾਹੀਦਾ। ਉਹ ਔਜ਼ਾਰ ਤੋੜ ਦੇਵੇਗਾ ਜਾਂ ਗਵਾ ਦੇਵੇਗਾ ਜਾਂ ਫਿਰ ਆਪਣਾ ਕੋਈ ਅੰਗ ਕੱਟ ਲਵੇਗਾ। ਤੁਹਾਡੇ ਘੋੜੇ ਦੇ ਤੌਰ ਤਰੀਕੇ ਨੂੰ ਤੁਹਾਡੇ ਆਪਣੇ ਨਾਲੋਂ ਚੰਗਾ ਕੋਈ ਨਹੀਂ ਜਾਣ ਸਕਦਾ। ਉਸ ਰਸਤੇ ਬਾਰੇ ਇੱਕ ਵਾਰਤਾ ਜਿਸ ਉੱਤੇ ਮੇਰੇ ਪਿਤਾ ਜੀ ਚੱਲਿਆ ਕਰਦੇ ਸਨ। ਸਾਡੇ ਨਿੱਕੇ ਜਿਹੇ ਪਿੰਡ ਤਸਾਦਾ ਤੋਂ ਇੱਕ ਪੱਕੀ ਸੜਕ ਮਹੱਤਵਪੂਰਨ ਆਉਲ ਖੂਨਜ਼ਾਮ ਨੂੰ ਜਾਂਦੀ ਹੈ, ਜੋ ਕਿ ਜ਼ਿਲ੍ਹਾ ਕੇਂਦਰ ਹੈ। ਜਦੋਂ ਵੀ ਪਿਤਾ ਜੀ ਖੂਨਜ਼ਾਮ ਜਾਇਆ ਕਰਦੇ ਸਨ ਤਾਂ ਉਹ ਉਸ ਸਾਂਝੀ ਸੜਕ ਤੋਂ ਨਹੀਂ ਸਨ ਜਾਇਆ ਕਰਦੇ, ਸਗੋਂ ਆਪਣੇ ਹੀ ਚੁਣੇ ਹੋਏ ਪਹੇ ਉੱਤੇ ਦੀ ਜਾਂਦੇ ਹੁੰਦੇ ਸਨ। ਉਹਨਾਂ ਨੇ ਇਸ ਨੂੰ ਲੱਭਿਆ, ਬਣਾਇਆ ਤੇ ਹਰ ਸਵੇਰ ਤੇ ਹਰ ਸ਼ਾਮ ਵਰਤਿਆ। ਪਿਤਾ ਜੀ ਨੂੰ ਉੱਥੇ ਸ਼ਾਨਦਾਰ ਫੁੱਲ ਲੱਭਣ ਦਾ ਟੱਬ ਆਉਂਦਾ ਸੀ, ਜਿਨ੍ਹਾਂ ਨੂੰ ਉਹ ਹੋਰ ਵੀ ਵਿਚਰਿਤ ਗੁਲਦਸਤਿਆਂ ਵਿੱਚ ਤਰਤੀਬ ਦੇ ਦਿੰਦੇ ਸਨ। ਸਰਦੀਆਂ ਵਿੱਚ ਉਹ ਪਹੇ ਦੇ ਦੋਵੇਂ ਪਾਸੇ ਲੋਕਾਂ ਦੇ ਘੋੜਿਆਂ ਤੇ ਘੋੜ ਸਵਾਰਾਂ ਦੇ ਨਿੱਕੇ ਨਿੱਕੇ ਬੁੱਤ ਬਰਫ਼ ਨਾਲ ਬਣਾ ਦਿੰਦੇ ਸਨ। ਤਸਾਦਾ ਜਾਂ ਖੂਨਜ਼ਾਮ ਦੇ ਲੋਕ ਉੱਥੇ ਜਾਂਦੇ ਉਹਨਾਂ ਬੁੱਤਾਂ ਦੀ ਪ੍ਰਸ਼ੰਸਾ ਕਰਦੇ। ਫੁੱਲਾਂ ਦੇ ਗੁਲਦਸਤੇ ਕਦੇ ਦੇ ਕੁਮਲਾ ਚੁੱਕੇ ਨੇ ਤੇ ਬਰਫ਼ ਦੇ ਨਿੱਕੇ ਨਿੱਕੇ ਬੁੱਤ ਮੁੱਦਤਾਂ ਦੇ ਢਲ ਚੁੱਕੇ ਨੇ, ਪਰ ਦਾਗਿਸਤਾਨ ਦੇ ਫੁੱਲ ਤੇ ਪਹਾੜ ਵਾਸੀਆਂ ਦੇ ਚਿੱਤਰ ਪਿਤਾ ਜੀ ਦੀਆਂ ਕਵਿਤਾਵਾਂ ਵਿੱਚ ਜਿਉਂਦੇ ਨੇ। ਇੱਕ ਵਾਰੀ ਜਦੋਂ ਮੈਂ ਅਜੇ ਛੋਰਾ ਜਿਹਾ ਹੀ ਸਾਂ ਤੇ ਪਿਤਾ ਜੀ ਅਜੇ ਜਿਉਂਦੇ ਸਨ ਤਾਂ ਮੈਨੂੰ ਖੂਨਜ਼ਾਮ ਜਾਣ ਦਾ ਮੌਕਾ ਮਿਲਿਆ। ਮੈਂ ਪੱਕੀ ਸੜਕ ਤੋਂ ਲਾਂਭੇ ਚਲਾ ਗਿਆ ਤੇ ਆਪਣੇ ਪਿਤਾ ਜੀ ਵਾਲੇ ਪਹੇ ਉੱਤੇ ਪੈਰ ਰੱਖਣ ਹੀ ਵਾਲਾ ਸਾਂ ਕਿ ਇੱਕ ਬਜ਼ੁਰਗ ਦੀ ਨਜ਼ਰ ਮੇਰੇ ਉੱਤੇ ਪਈ। ਉਸ ਨੇ ਮੈਨੂੰ ਰੋਕ ਲਿਆ ਤੇ ਬੋਲਿਆ, ਆਪਣੇ ਪਿਤਾ ਦੇ ਬਣਾਏ ਪਹੇ ਨੂੰ ਛੱਡ ਦੇ, ਆਪਣਾ ਰਸਤਾ ਤੂੰ ਆਪ ਲੱਭ।
ਮੈਂ ਉਸ ਦੀ ਸਲਾਹ ਮੰਨ ਲਈ ਤੇ ਕੋਈ ਹੋਰ ਰਾਹ ਲੱਭਣ ਲੱਗ ਪਿਆ। ਮੇਰੇ ਗੀਤਾਂ ਦਾ ਰਾਹ ਬੜਾ ਲੰਮਾ ਤੇ ਬੜਾ ਵਿਖੜਾ ਰਿਹਾ ਹੈ, ਪਰ ਮੈਂ ਅਜੇ ਵੀ ਇਸ ਉੱਤੇ ਚੱਲ ਰਿਹਾ ਹਾਂ ਤੇ ਖੁਦ ਆਪਣੇ ਗੁਲਦਸਤੇ ਲਈ ਫੁੱਲ ਚੁਗ ਰਿਹਾ ਹਾਂ। ਇਸ ਰਾਹ ਉੱਤੇ ਚੱਲਦਿਆਂ ਮੈਨੂੰ ਇਹ ਕਿਤਾਬ ਲਿਖਣ ਦਾ ਫੁਰਨਾ ਫੁਰਿਆ। ਇਹੋ ਜਿਹਾ ਵਿਚਾਰ ਫੁਰਨਾ ਗਰਭ ਠਹਿਰਨ ਦੇ ਕਾਰਜ ਵਾਂਗ ਹੈ। ਬੇਸ਼ੱਕ ਬੱਚਾ ਆਪਣੇ ਵੇਲੇ ਸਿਰ ਆ ਜਾਏਗਾ, ਪਰ ਅਣਜਨਮਿਆ ਬੱਚਾ ਔਰਤ ਦੀ ਕੁੱਖ ਵਿਚਲੇ ਭਰੂਣ ਵਾਂਗ ਪਕਣਾ ਚਾਹੀਦਾ ਹੈ, ਤਾਂ ਕਿ ਲਹੂ ਪਸੀਨਾ ਇੱਕ ਕਰਕੇ ਤੇ ਜੰਮਣ ਪੀੜਾਂ ਸਹਿ ਕੇ ਉਸ ਨੂੰ ਜਨਮ ਦਿੱਤਾ ਜਾ ਸਕੇ। ਕੋਈ ਕਿਤਾਬ ਇਸ ਤਰ੍ਹਾਂ ਨਾਲ ਲਿਖੀ ਜਾਂਦੀ ਹੈ। ਬੱਚੇ ਦਾ ਨਾਂ ਉਸ ਦੇ ਜਨਮ ਤੋਂ ਪਹਿਲਾਂ ਹੀ ਚੁਣਿਆ ਜਾ ਸਕਦਾ ਹੈ। ਆਪਣੀ ਕਿਤਾਬ ਨੂੰ ਮੈਂ ਕੀ ਨਾਂ ਦੇਵਾਂਗਾ? ਕੀ ਮੈਂ ਫੁੱਲ ਦੇ ਨਾਂ ਉੱਤੇ ਇਸ ਦਾ ਨਾਂ ਰੱਖਾਂ ਜਾਂ ਸਿਤਾਰੇ ਦੇ ਨਾਂ ਉੱਤੇ? ਕੀ ਮੈਂ ਇਹ ਨਾਂ ਦੂਜੇ ਸਿਆਣਪਾਂ ਵਾਲੇ ਗ੍ਰੰਥਾਂ ਦੇ ਨਾਵਾਂ ਉੱਤੇ ਰੱਖ ਸਕਦਾ ਹਾਂ? ਨਹੀਂ, ਮੈਂ ਦੂਜੇ ਬੰਦੇ ਦੀ ਕਾਠੀ ਆਪਣੀ ਘੋੜੀ ਉੱਤੇ ਨਹੀਂ ਪਾਵਾਂਗਾ। ਬਾਹਰਲੇ ਸੋਮਿਆਂ ਤੋਂ ਉਧਾਰ ਲਿਆ ਗਿਆ ਨਾਂ ਸਿਰਫ ਉਪਨਾਮ, ਕੋਈ ਅੱਲ ਹੀ ਹੋ ਸਕਦਾ ਹੈ, ਅਸਲੀ ਨਾਂ ਨਹੀਂ ਹੋ ਸਕਦਾ। ਇਹ ਸਭ ਠੀਕ ਹੈ, ਪਰ ਜੇ ਤੁਸੀਂ ਨਾਂ ਲੱਭ ਰਹੇ ਹੋ ਤਾਂ ਤੁਸੀਂ ਉਸ ਵਸਤੂ ਨਾਲ ਬੱਝ ਜਾਂਦੇ ਹੋ ਜਿਹੜੀ ਵਸਤੂ ਤੁਸੀਂ ਕਿਤਾਬ ਵਿੱਚ ਰੱਖਣਾ ਚਾਹੁੰਦੇ ਹੋ, ਤੇ ਉਸ ਨਿਸ਼ਾਨੇ ਨਾਲ ਵੀ ਜਿਸ ਮਗਰ ਤੁਸੀਂ ਚੱਲ ਰਹੇ ਹੋ। ਤੁਸੀਂ ਉਹ ਪਾਪਾਖਾ ਚੁਣਦੇ ਹੋ ਜਿਹੜਾ ਸਿਰ ਉੱਤੇ ਠੀਕ ਬੈਠੇ, ਨਾ ਕਿ ਇਸ ਤੋਂ ਉਲਟ। ਤਾਰਾਂ ਦੀ ਲੰਬਾਈ ਪਾਂਡੂਰ ਦੇ ਆਕਾਰ ਤੋਂ ਨਿਸ਼ਚਿਤ ਹੁੰਦੀ ਹੈ। ਮੇਰੀ ਆਉਲ, ਮੇਰੇ ਪਹਾੜੋ, ਮੇਰੇ ਦਾਗਿਸਤਾਨ, ਤੁਸੀਂ ਮੇਰੇ ਵਿਚਾਰਾਂ, ਮੇਰੇ ਭਾਵਾਂ ਤੇ ਮੇਰੀਆਂ ਆਸ਼ਾਵਾਂ ਦਾ ਆਲਣਾ ਹੋ। ਉਸ ਆਲਣੇ ਤੋਂ ਹੀ ਮੈਂ ਹਵਾ ਵਿੱਚ ਜਾ ਉੱਡਿਆ ਸਾਂ ਜਦੋਂ ਵੀ ਮੈਂ ਉੱਡਣ ਯੋਗ ਹੋਇਆ ਸਾਂ। ਮੇਰੇ ਸਾਰੇ ਗੀਤ ਉਸ ਆਲਣੇ ਤੋਂ ਆਉਂਦੇ ਨੇ। ਦਾਗਿਸਤਾਨ ਮੇਰਾ ਘਰ, ਮੇਰਾ ਪੰਗੂੜਾ ਹੈ। ਤਾਂ ਫਿਰ ਇਹ ਸਾਰੀ ਢੂੰਡ ਕਾਹਦੇ ਲਈ? ਪਹਾੜਾਂ ਵਿੱਚ ਬੇਟੇ ਦਾ ਨਾਂ ਆਮ ਕਰਕੇ ਉਸ ਦੇ ਬਾਬੇ ਦੇ ਨਾਂ ਉੱਤੇ ਰੱਖਿਆ ਜਾਂਦਾ ਹੈ। ਇਹ ਕਿਤਾਬ ਮੇਰੇ ਦਿਮਾਗ ਦੀ ਸੰਤਾਨ ਹੋਵੇਗੀ ਤੇ ਮੈਂ ਦਾਗਿਸਤਾਨ ਦਾ ਸਪੂਤ ਹਾਂ, ਸੋ ਮੈਂ ਇਸ ਨੂੰ ਦਾਗਿਸਤਾਨ ਨਾਂ ਦੇਵਾਂਗਾ। ਕੀ ਇਸ ਤੋਂ ਵਧੇਰੇ ਢੁਕਵਾਂ, ਵਧੇਰੇ ਸੋਹਣਾ ਜਾਂ ਵਧੇਰੇ ਠੀਕ ਕੋਈ ਹੋਰ ਨਾਂ ਹੋ ਸਕਦਾ ਹੈ? ਕੋਈ ਰਾਜਪੂਤ ਜਿਸ ਦੇਸ਼ ਦੀ ਪ੍ਰਤੀਨਿਧਤਾ ਕਰਦਾ ਹੈ, ਉਸ ਦੀ ਪਛਾਣ ਉਸ ਦੀ ਕਾਰ ਉੱਤੇ ਲੱਗੇ ਝੰਡੇ ਤੋਂ ਹੋ ਸਕਦੀ ਹੈ। ਮੇਰੀ ਕਿਤਾਬ ਮੇਰਾ ਦੇਸ਼ ਹੈ ਤੇ ਇਸ ਦਾ ਨਾਂ ਇਸ ਦਾ ਝੰਡਾ ਹੋਵੇਗਾ। ਲੇਖਕ ਨਾਲ ਹੁੰਦਾ ਇਹ ਹੈ ਕਿ ਹਰ ਸਫ਼ੇ ਉੱਤੇ, ਹਰ ਸਤਰ ਉੱਤੇ ਤੇ ਹਰ ਲਫ਼ਜ਼ ਲਈ ਵਿਚਾਰ ਉਸ ਨਾਲ ਦਲੀਲਬਾਜ਼ੀ ਕਰਨ ਲੱਗ ਪੈਂਦੇ ਹਨ। ਮੇਰੇ ਵਿਚਾਰ ਵੀ ਇਸ ਕਿਤਾਬ ਦੇ ਨਾਂ ਬਾਰੇ ਮੇਰੇ ਨਾਲ ਦਲੀਲਬਾਜ਼ੀ ਕਰਨ ਲੱਗ ਪਏ ਹਨ। ਕਿਸੇ ਕੌਮਾਂਤਰੀ ਕਾਨਫਰੰਸ ਵਿਚਲੇ ਕਿੰਨੇ ਸਾਰੇ ਮੰਤਰੀਆਂ ਵਾਂਗ ਉਹ ਏਜੰਡੇ ਤੋਂ ਹੀ ਸ਼ੁਰੂ ਕਰਕੇ ਲਫ਼ਜ਼ਾਂ ਦੀ ਜੰਗ ਵਿੱਚ ਜੁਟ ਜਾਂਦੇ ਹਨ। ਇਸ ਤਰ੍ਹਾਂ ਇਹਨਾਂ ਵਿੱਚੋਂ ਇੱਕ ਮੰਤਰੀ ਤਜਵੀਜ਼ ਦਿੰਦਾ ਹੈ ਕਿ ਲਿਖੀ ਜਾਣ ਵਾਲੀ ਕਿਤਾਬ ਦਾ ਇੱਕ ਸ਼ਬਦੀ ਨਾਂ ਹੋਣਾ ਚਾਹੀਦਾ ਹੈ, ਦਾਗਿਸਤਾਨ। ਇੱਕ ਹੋਰ ਮੰਤਰੀ ਇਸ ਵਿਚਾਰ ਉੱਤੇ ਐਤਰਾਜ਼ ਕਰਦਾ ਹੈ। ਆਪਣੇ ਕਾਗਜ਼ ਆਪਣੇ ਸਾਹਮਣੇ ਠੀਕ ਠਾਕ ਕਰਦਿਆਂ ਉਹ ਕਹਿੰਦਾ ਹੈ, ਇਹ ਨਹੀਂ ਚੱਲੇਗਾ, ਇਹ ਬਿਲਕੁਲ ਨਹੀਂ ਚੱਲੇਗਾ। ਤੁਸੀਂ ਕਿਸੇ ਕਿਤਾਬ ਨੂੰ ਸਾਰੇ ਦੇਸ਼ ਦਾ ਨਾਂ ਕਿਵੇਂ ਦੇ ਸਕਦੇ ਹੋ? ਜੇ ਪਿਤਾ ਦਾ ਪਾਪਾਖਾ ਬੱਚੇ ਦੇ ਸਿਰ ਉੱਤੇ ਰੱਖ ਦਿੱਤਾ ਜਾਏ ਤਾਂ ਸਿਰ ਵਿੱਚ ਬਸ ਲੁਕ ਹੀ ਜਾਏਗਾ। ਇਹ ਕਿਉਂ ਨਹੀਂ ਚੱਲੇਗਾ? ਤਜਵੀਜ਼ ਦੇਣ ਵਾਲਾ ਇਤਰਾਜ਼ ਕਰਦਾ ਹੈ, ਜਦੋਂ ਚੰਨ ਉੱਪਰ ਆਕਾਸ਼ ਵਿੱਚ ਤਰ ਰਿਹਾ ਹੈ ਤਾਂ ਹੇਠਾਂ ਸਮੁੰਦਰ ਜਾਂ ਦਰਿਆ ਦੇ ਪਾਣੀਆਂ ਵਿੱਚ ਉਸ ਦੀ ਝਲਕ ਦਿਸਦੀ ਹੈ, ਤਾਂ ਅਸੀਂ ਉਸ ਨੂੰ ਵੀ ਚੰਨ ਹੀ ਕਹਿੰਦੇ ਹਾਂ, ਕੋਈ ਹੋਰ ਨਾਂ ਨਹੀਂ ਦਿੰਦੇ। ਇਸ ਪਰਤੋਹ ਲਈ ਕਿਸੇ ਵਿਸ਼ੇਸ਼ ਨਾਂ ਦੀ ਕਾਢ ਕੱਢਣ ਦੀ ਲੋੜ ਹੈ। ਠੀਕ ਹੈ ਕਿ ਇੱਕ ਕਹਾਣੀ ਵਿੱਚ ਇੱਕ ਲੂੰਬੜੀ ਇੱਕ ਭੇੜੀਏ ਨੂੰ ਯਕੀਨ ਕਰਾ ਦਿੰਦੀ ਹੈ ਕਿ ਚੰਨ ਦਾ ਪਰਤੋਹ ਚਰਬੀ ਦਾ ਟੋਟਾ ਹੈ, ਜਿਸ ਉੱਤੇ ਮੂਰਖ ਭੇੜੀਆ ਉਸ ਚਰਬੀ ਨੂੰ ਕਾਬੂ ਕਰਨ ਲਈ ਦਰਿਆ ਵਿੱਚ ਕੁੱਦ ਪੈਂਦਾ ਹੈ। ਪਰ ਫਿਰ ਲੂੰਬੜੀ ਆਪਣੀ ਕਪਟੀ ਤੇ ਮਕਾਰ ਹੋਣ ਕਰਕੇ ਪ੍ਰਸਿੱਧ ਹੈ, ਤਾਂ ਇਹ ਵੀ ਨਹੀਂ ਚੱਲੇਗਾ। ਇਹ ਬਿਲਕੁਲ ਚੰਗਾ ਨਹੀਂ ਹੈ। ਦੂਜਾ ਮੰਤਰੀ ਜ਼ਿੱਦ ਕਰਦਾ ਹੈ, ਦਾਗਿਸਤਾਨ ਪਹਿਲੀ ਥਾਂ ਉੱਤੇ ਇੱਕ ਭੂਗੋਲਿਕ ਸੰਕਲਪ ਹੈ। ਇਸ ਵਿੱਚ ਪਹਾੜ, ਦਰਿਆ, ਘਾਟੀਆਂ, ਚਸ਼ਮੇ ਤੇ ਇੱਥੋਂ ਤੱਕ ਕਿ ਸਮੁੰਦਰ ਵੀ ਆਉਂਦੇ ਹਨ। ਜਦੋਂ ਮੈਂ ਲਫ਼ਜ਼ ਦਾਗਿਸਤਾਨ ਸੁਣਦਾ ਹਾਂ ਤਾਂ ਪਹਿਲੀ ਥਾਂ ਉੱਤੇ ਮੇਰੀਆਂ ਅੱਖਾਂ ਸਾਹਮਣੇ ਇੱਕ ਨਕਸ਼ਾ ਆ ਜਾਂਦਾ ਹੈ। ਉਹ ਨਹੀਂ, ਮੈਂ ਵਿੱਚੋਂ ਟੋਕਦਾ ਹਾਂ,
ਮੇਰਾ ਦਿਲ ਦਾਗਿਸਤਾਨ ਨਾਲ ਨੱਕੋ ਨੱਕ ਭਰਿਆ ਹੋਇਆ ਹੈ ਤੇ ਮੇਰਾ ਦਿਲ ਯਕੀਨਨ ਕੋਈ ਨਕਸ਼ਾ ਨਹੀਂ। ਮੇਰੇ ਦਾਗਿਸਤਾਨ ਦੀਆਂ ਕੋਈ ਭੂਗੋਲਕ ਜਾਂ ਆਮ ਤੌਰ ਉੱਤੇ ਕੋਈ ਦੂਜੀਆਂ ਸਰਹੱਦਾਂ ਨਹੀਂ। ਨਾ ਹੀ ਮੇਰਾ ਦਾਗਿਸਤਾਨ ਇੱਕ ਸਦੀ ਤੋਂ ਦੂਜੀ ਸਦੀ ਵਿੱਚ ਨਿਰਵਿਘਨ ਜਾਂ ਇਕਸਾਰ ਵਹਿੰਦਾ ਚਲਾ ਜਾਂਦਾ ਹੈ। ਜੇ ਮੈਂ ਇਸ ਨੂੰ ਲਿਖ ਹੀ ਲੈਂਦਾ ਹਾਂ ਤਾਂ ਮੇਰੀ ਕਿਤਾਬ ਦਾਗਿਸਤਾਨ ਦੀ ਗਾਈਡ ਨਹੀਂ ਹੋਵੇਗੀ। ਮੈਂ ਸਦੀਆਂ ਨੂੰ ਇੱਕ ਦੂਜੀ ਵਿੱਚ ਮਿਲਾ ਦਿਆਂਗਾ ਤੇ ਫਿਰ ਇਤਿਹਾਸਕ ਘਟਨਾਵਾਂ ਦਾ ਬਿਲਕੁਲ ਤੱਤ, ਲੋਕਾਂ ਦਾ ਬਿਲਕੁਲ ਤੱਤ ਤੇ ਸ਼ਬਦ ਦਾਗਿਸਤਾਨ ਦਾ ਬਿਲਕੁਲ ਤੱਤ ਨਿਚੋੜ ਕੱਢਾਂਗਾ। ਬਾਕੀ ਅਗਲੇ ਭਾਗ ਵਿੱਚ।